ਸਾਫ਼ ਨਹੀਂ। ਅਸਲ ਦੇ ਵਿੱਚ ਜਿਹੜਾ ਜੂਨ 1984 ਦਾ ਕਾਂਡ ਵਾਪਰਦਾ ਏ, ਅਸੀਂ ਬਹੁਤਿਆਂ ਨੇ ਉਹ ਇਤਿਹਾਸ ਨਾ ਪੜ੍ਹਨ ਦੇ ਕਾਰਨ ਸਾਨੂੰ ਇਹ ਸਮਝ ਨਹੀਂ ਲੱਗਦੀ। ਬਹੁਤਿਆਂ ਨੂੰ ਇਹ ਕਿਹਾ ਜਾਂਦਾ ਹੈ ਵੀ ਵੇਖੋ ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗਲਤੀ ਸੀ, ਉਹ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਅਕਾਲ ਤਖਤ ਸਾਹਿਬ ਕਿਉਂ ਬੈਠੇ। ਤੇ ਸਾਡੇ ਮਨ ਦੇ ਵਿੱਚ ਵੀ ਆਉਂਦਾ ਹੈ ਵੀ ਇਹ ਤੇ ਸਰਕਾਰ ਦੀ ਤੇ ਚਲੋ ਮਜਬੂਰੀ ਸੀ, ਉਹਨਾਂ ਨੇ ਅਟੈਕ ਕੀਤੇ, ਪਰ ਜਿਹੜੇ ਬਾਕੀ ਗੁਰਦੁਆਰਿਆਂ ਦੇ ਵਿੱਚ ਉਸੇ ਦਿਨ ਅਟੈਕ ਹੁੰਦਾ ਹੈ ਉਹਨਾਂ ਦੇ ਵਿੱਚ ਤੇ ਸੰਤ ਜਰਨੈਲ ਸਿੰਘ ਨਹੀਂ ਸੀ। ਜਿਨ੍ਹਾਂ ਗੁਰਦੁਆਰਿਆਂ ਦੇ ਵਿੱਚ ਬੇਦੋਸੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅਗਨ ਭੇਟ ਕੀਤਾ ਗਿਆ, ਉਹਨਾਂ ਗੁਰਦੁਆਰੇ ਦੇ ਵਿੱਚ ਤੇ ਸੰਤ ਜਰਨੈਲ ਸਿੰਘ ਨਹੀਂ ਸੀ, ਉਹ ਤੇ ਅਕਾਲ ਤਖਤ ਸੀ। ਇੱਕ ਬਹੁਤ ਵੱਡੀ ਸੋਚੀ ਸਮਝੀ ਚਾਲ ਦੇ ਤਹਿਤ, ਕਿਉਂਕਿ ਇਹ ਘਟਨਾਕ੍ਰਮ ਜਿਹੜਾ ਵਾ ਅਸਲ ਦੇ ਵਿੱਚ ਵਾਪਰਦਾ ਏ ਜਦੋਂ 1977 ਦੇ ਅੰਦਰ ਨਿਰੰਕਾਰੀ ਕਾਂਡ ਵਾਪਰਿਆ, ਜਿੱਥੇ ਪਹਿਲਾਂ ਤੇ ਇਹ ਨਿਰੰਕਾਰੀ ਇਹ ਸਿੱਖੀ ਦੀ ਗੱਲ ਕਰਦੇ ਸਨ, ਬਾਅਦ ਵਿੱਚ ਇਹ ਦੋ ਭਾਗਾਂ ਦੇ ਵਿੱਚ ਵੰਡੇ ਜਾਂਦੇ। ਇੱਕ ਜਿਹੜਾ ਸੀ ਉਹਨੇ ਸਿੱਖੀ ਦੀ ਵਿਰੋਧਤਾ ਕਰਨੀ ਸ਼ੁਰੂ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਵਿਰੋਧਤਾ ਕਰਨੀ ਸ਼ੁਰੂ ਕੀਤੀ, ਤੇ ਸਰਕਾਰ ਦੇ ਹੱਕ ਜਿਹੜੇ ਸੀ ਹੱਥ ਠੋਕੇ ਬਣ ਕੇ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਆਪਣਾ ਇੱਕ ਪ੍ਰੋਗਰਾਮ ਰੱਖਿਆ ਵੀ ਇਹ ਪ੍ਰੋਗਰਾਮ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਰੱਖਿਆ ਜਾਵੇਗਾ। ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਬਹੁਤ ਜਿਹੜੇ ਸੀ ਇਹਨਾਂ ਨੇ ਗਲਤ ਲਫ਼ਜ਼ ਬੋਲੇ। ਇਹਨਾਂ ਨੂੰ ਜਦੋਂ ਰੋਕਣ ਦੇ ਵਾਸਤੇ ਕੁਝ ਗੁਰੂ ਕੇ ਸਿੱਖ ਜਿਹੜੇ ਸੀ ਬੜੇ ਸ਼ਾਂਤਮਈ ਢੰਗ ਦੇ ਨਾਲ ਸਿਮਰਨ ਕਰਦੇ ਹੋਏ, ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਗਏ। ਉਹਨਾਂ ਬੇਦੋਸ਼ੇ ਤੇ ਨਿਹੱਥੇ ਸਿੰਘਾਂ ਦੇ ਉੱਪਰ ਗੋਲੀਆਂ ਚਲਾ ਕੇ ਉਹ 13 ਸਿੰਘ ਜਿਹੜੇ ਸੀ ਸ਼ਹੀਦ ਕਰ ਦਿੱਤੇ ਗਏ। ਉਸ ਤੋਂ ਬਾਅਦ ਸਮਾਂ ਆਉਂਦਾ ਹੈ ਜਦੋਂ 1980 ਦੇ ਵਿੱਚ ਇਸ ਨਿਰੰਕਾਰੀ ਮੁਖੀ ਦਾ ਕਤਲ ਹੁੰਦਾ ਹੈ। ਉਸ ਤੋਂ ਬਾਅਦ ਇਹ ਜਿਹੜਾ ਸੀ ਕੰਮ ਵਧਣਾ ਸ਼ੁਰੂ ਹੋ ਗਿਆ, ਤੇ ਤਕਰੀਬਨ 1982 ਦੇ ਵਿੱਚ ਜਦੋਂ ਪਟਿਆਲੇ ਤੋਂ ਕਪੂਰੀ ਤੋਂ ਜਿਹੜੀ ਸੀ ਇੱਕ ਨਹਿਰ ਕੱਢੀ ਗਈ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ, ਜਿਹਦੇ ਵਿੱਚ ਪ੍ਰਧਾਨ ਮੰਤਰੀ ਨੇ ਖੁਦ ਆ ਕੇ ਉਹਦਾ ਨੀਂਹ ਪੱਥਰ ਰੱਖਿਆ ਤੇ ਪੰਜਾਬ ਦਾ ਪਾਣੀ ਬਾਹਰਲੇ ਸੂਬਿਆਂ ਨੂੰ ਦੇਣ ਵਾਸਤੇ, ਜਿਹਨੂੰ ਕਿ ਕਪੂਰੀ ਦਾ ਮੋਰਚਾ ਕਿਹਾ ਗਿਆ। ਸਿੱਖਾਂ ਨੇ ਜਿਹੜਾ ਸੀ ਇਸ ਦਾ ਵਿਰੋਧ ਕੀਤਾ, ਮੋਰਚੇ ਲਾਏ ਗਏ। ਫਿਰ ਸਹਿਜੇ ਇਹ ਧਰਮ ਯੁੱਧ ਮੋਰਚੇ ਦੇ ਵਿੱਚ ਤਬਦੀਲ ਹੋਇਆ ਤੇ ਇਹ ਮੋਰਚਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਹੜਾ ਸੀ ਆ ਗਿਆ, ਜਿੱਥੇ ਸੰਤ ਜਰਨੈਲ ਸਿੰਘ ਹੁਣਾਂ ਨੇ ਇਸ ਧਰਮ ਯੁੱਧ ਮੋਰਚੇ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ। ਤੇ ਰੋਜ਼ਾਨਾ ਜਿਹੜੇ ਸੀ ਹਰ ਨਗਰ ਦੇ ਵਿੱਚੋਂ ਕੁਝ ਗੁਰਸਿੱਖ ਜਿਹੜੇ ਹੈ ਉਹ ਗ੍ਰਿਫਤਾਰੀਆਂ ਦਿੰਦੇ ਹੈ, ਤੇ ਜੇਲ੍ਹਾਂ ਜਿਹੜੀਆਂ ਸੀ ਭਰਨੀਆਂ ਸ਼ੁਰੂ ਕੀਤੀਆਂ। ਅੰਦੋਲਨ ਸ਼ੁਰੂ ਹੋਇਆ ਧਰਮ ਯੁੱਧ ਮੋਰਚੇ ਦੇ ਨਾਂ ਦੇ ਉੱਪਰ, ਪਰ ਸਰਕਾਰ ਦੇ ਉੱਪਰ ਜਿਹੜਾ ਸੀ ਇਸ ਚੀਜ਼ ਦਾ ਕੋਈ ਅਸਰ ਨਹੀਂ ਹੋਇਆ, ਜਿਸ ਕਾਰਨ ਸਰਕਾਰ ਜਿਹੜੀ ਸੀ ਉਹ ਸਿੱਖਾਂ ਦੇ ਉੱਪਰ ਹੋਰ ਵੀ ਸਕੰਜਾ ਕੱਸ ਰਹੀ ਹੈ। ਇੱਥੋਂ ਤੱਕ ਕਿ ਸੰਤ ਜਰਨੈਲ ਸਿੰਘ ਹੁਣਾਂ ਨੇ ਆਪਣੇ ਪ੍ਰਚਾਰਕ ਦੌਰੇ ਜਿਹੜੇ ਸੀ ਉਹ ਵੱਡੇ ਪੱਧਰ 'ਤੇ ਆਰੰਭ ਕੀਤੇ। ਸਿੱਖਾਂ ਨੂੰ ਹੱਕ ਲੈਣ ਵਾਸਤੇ, ਆਪਣੀਆਂ ਹੱਕੀ ਮੰਗਾਂ ਮੰਗਣ ਵਾਸਤੇ ਜਿਹੜਾ ਸੀ ਅੱਗੇ ਆਉਣ ਵਾਸਤੇ ਕਿਹਾ, ਜਿਸ ਦਾ ਸਿੱਖਾਂ ਦੇ ਉੱਪਰ ਬਹੁਤ ਵੱਡਾ ਅਸਰ ਹੋਇਆ, ਕਿਉਂਕਿ ਇਹ ਕੇਵਲ ਆਪਣੀ ਮੰਗਾਂ ਵਾਸਤੇ ਸੀ। ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਹੋਇਆ ਸੀ, ਜਿਹਦੇ ਵਿੱਚ ਪੰਜਾਬ ਦੇ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ, ਪੰਜਾਬ ਨੂੰ ਫਸਲਾਂ ਦੇ ਬਣਦੇ ਹੋਏ ਮੁੱਲ ਦਿੱਤੇ ਜਾਣਗੇ, ਕਿਸਾਨ ਆਪਣੀ ਫਸਲ ਦਾ ਆਪ ਮੁੱਲ ਤੈਅ ਕਰੇਗਾ, ਪੰਜਾਬ ਦਾ ਪਾਣੀ ਬਾਹਰਲੇ ਸੂਬਿਆਂ ਨੂੰ ਨਹੀਂ ਦਿੱਤਾ ਜਾਵੇਗਾ। ਇਹੋ ਜਿਹੇ ਜਿਹੜੇ ਬਹੁਤ ਸਾਰੇ ਜਿਹੜੇ ਮਸਲੇ ਸੀ ਜਿਹਨੂੰ ਆਨੰਦਪੁਰ ਸਾਹਿਬ ਦਾ ਮਤਾ ਕਿਹਾ ਗਿਆ। ਜਿਵੇਂ ਅੱਜ ਅਸੀਂ ਉਹ ਮੋਰਚੇ ਲਾ ਰਹੇ, ਕੋਈ ਕਿਸਾਨੀ ਮੋਰਚਾ ਦਿੱਲੀ ਦੇ ਵਿੱਚ ਲਗਾਇਆ ਗਿਆ। ਅੱਜ ਵੀ ਵੱਡੇ ਪੱਧਰ 'ਤੇ ਉੱਪਰ ਜਿਹੜੀ ਫਸਲ ਦਾ ਰੇਟ ਹੈ ਉਹ ਸਰਕਾਰ ਤੈਅ ਕਰਦੀ, ਵਪਾਰੀ ਤੈਅ ਕਰਦਾ ਹੈ। ਫਸਲ ਨੂੰ ਜਿਹੜਾ ਪੈਦਾ ਕਰਨ ਵਾਲਾ ਉਹ ਕਰਜ਼ੇ ਦੇ ਵਿੱਚ ਡੁੱਬਿਆ ਪਿਆ ਹੈ। ਜਿਹੜੇ ਏਸੀ ਦੇ ਵਿੱਚ ਬੈਠੇ ਨੇ ਉਹ ਫਸਲ ਦਾ ਰੇਟ ਤੈਅ ਕਰਕੇ ਆਪਣੀ ਮਰਜ਼ੀ ਦਾ ਭਾਅ ਲਾ ਕੇ ਉਹ ਦਿਨੋਂ ਦਿਨ ਤਰੱਕੀ ਕਰ ਰਹੇ ਨੇ। ਸੰਤ ਜਰਨੈਲ ਸਿੰਘ ਚਾਹੁੰਦੇ ਸੀ ਕਿ ਪੰਜਾਬ ਦੀਆਂ ਫਸਲਾਂ ਕਿਸਾਨ ਜਿਹੜਾ ਵਾ ਆਪਣੀ ਫਸਲ ਦਾ ਮੁੱਲ ਆਪ ਤੈਅ ਕਰੇ। ਸਰਕਾਰ ਜਿਹੜੀ ਸੀ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਦੀ। ਸਰਕਾਰ ਨੇ ਜਿਹੜਾ ਸੀ ਜਿੱਥੇ ਸਿੱਖਾਂ ਦੇ ਉੱਪਰ ਵੱਧ ਤੋਂ ਵੱਧ ਤਸ਼ੱਦਦ ਕਰਨੇ ਸ਼ੁਰੂ ਕਰ ਦਿੱਤੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ, ਸਿੱਖਾਂ ਨੂੰ ਚੁਣ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ,
ਜਿਹਦਾ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਬੜਾ ਭਾਰੀ ਰੋਸ਼ ਜਦੋਂ ਜੂਨ 1984 ਦਾ ਸਮਾਂ ਆਉਂਦਾ ਹੈ। ਤੇ ਕਮਾਲ ਦੀ ਗੱਲ ਹੈ ਵੀ 3 ਜੂਨ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦਾ ਸ਼ਹੀਦੀ ਗੁਰਪੁਰਬ, ਸ਼ਹੀਦੀ ਦਿਹਾੜਾ, ਪਹਿਲਾਂ ਤੇ ਕਰਫਿਊ ਲਾ ਦਿੱਤਾ ਗਿਆ ਤੇ 2 ਜੂਨ ਨੂੰ ਜਿਹੜਾ ਸੀ ਉਹ ਕਰਫਿਊ ਖੋਲ੍ਹ ਦਿੱਤਾ ਗਿਆ, ਜਿਹਦੇ ਵਿੱਚ ਸੰਗਤਾਂ ਪਹਿਲਾਂ 1 ਜੂਨ ਨੂੰ ਜਿਹੜੀ ਸੀ ਅਕਾਲ ਤਖਤ ਸਾਹਿਬ ਦੇ ਉੱਪਰ ਗੋਲੀ ਚਲਾਈ ਗਈ, ਫਿਰ ਕਰਫਿਊ ਲਗਾ ਦਿੱਤਾ ਗਿਆ, 2 ਜੂਨ ਨੂੰ ਫਿਰ ਕਰਫਿਊ ਖੋਲ੍ਹਿਆ ਗਿਆ। ਹੁਣ ਜਿਹੜਾ ਇਹ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਉੱਪਰ ਅਟੈਕ ਹੈ, ਇੱਕ ਬੜੀ ਵੱਡੀ ਸੋਚੀ ਸਮਝੀ ਚਾਲ ਦੇ ਤਹਿਤ ਪਹਿਲਾਂ ਇਹ ਅਕਾਲ ਤਖਤ ਦਾ ਮਾਡਲ ਬਣਾ ਕੇ ਇਹ ਸਾਰੀ ਉਹਨਾਂ ਨੂੰ ਜਿਹੜਾ ਸੀ ਟ੍ਰੇਨਿੰਗ ਦਿੱਤੀ ਗਈ, ਕਿਵੇਂ ਅਕਾਲ ਤਖਤ ਦੇ ਉੱਪਰ ਜਿਹੜਾ ਅਟੈਕ ਕਰਨਾ ਹੈ, ਕਿਵੇਂ ਉਹਨਾਂ ਨੂੰ ਪਕੜਨਾ ਹੈ, ਕਿਵੇਂ ਉਹਨਾਂ ਨੂੰ ਖਤਮ ਕਰਨਾ ਹੈ। ਇਹ ਸਾਰਾ ਕੁਝ ਜਿਹੜਾ ਸੀ ਪਹਿਲਾਂ ਉਲੀਕਿਆ ਗਿਆ। 3 ਜੂਨ ਨੂੰ ਜਿਹੜਾ ਸੀ 2 ਜੂਨ ਨੂੰ ਜਦੋਂ ਦੁਪਹਿਰ ਤੋਂ ਬਾਅਦ ਇੱਕਦਮ ਕਰਫਿਊ ਦੇ ਵਿੱਚ ਢਿੱਲ ਦਿੱਤੀ ਗਈ ਤੇ ਸਿੱਖਾਂ ਦੇ ਅੰਦਰ ਇੱਕ ਭਾਰੀ ਰੋਸ ਵੀ ਸੀ, ਦੂਸਰਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਵੀ ਸੀ, ਤੇ ਤੀਸਰਾ ਸੀ ਵੀ ਜਿਹੜੀ ਅਕਾਲ ਤਖਤ ਸਾਹਿਬ ਦੇ ਉੱਪਰ ਗੋਲੀ ਚਲਾਈ ਹੈ ਉਹ ਵੀ ਜਾ ਕੇ ਦੇਖਿਆ ਜਾਵੇ ਇਹ ਘਟਨਾਕ੍ਰਮ ਕੀ ਵਾਪਰਿਆ ਹੈ। ਤੇ ਪਿੰਡਾਂ ਸ਼ਹਿਰਾਂ ਤੋਂ ਬਹੁਤ ਵੱਡੇ ਪੱਧਰ ਤੇ ਸੰਗਤਾਂ ਜਿਹੜੀਆਂ ਸੀ ਹਰਿਮੰਦਰ ਸਾਹਿਬ ਪਹੁੰਚਦੀਆਂ। ਅਚਾਨਕ ਸ਼ਾਮ ਦੇ ਵਕਤ ਜਿਹੜਾ ਸੀ 3 ਜੂਨ ਨੂੰ ਜਿਹੜਾ ਸੀ ਇਹ ਸੰਗਤਾਂ ਜਿਹੜੀਆਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਂਦੀਆਂ ਤੇ ਨਾਲ ਹੀ ਇੱਕਦਮ ਸਰਕਾਰ ਦੇ ਵੱਲੋਂ ਕਰਫਿਊ ਲਾਇਆ ਜਾਂਦਾ ਜਦੋਂ ਵੱਡੇ ਪੱਧਰ ਤੇ ਸੰਗਤ ਅੰਦਰ ਇਕੱਠੀ ਹੋ ਗਈ। ਇਹਦੀ ਤਿਆਰੀ ਜਿਹੜੀ ਸੀ ਪਹਿਲਾਂ ਕੀਤੀ ਗਈ, ਸਾਰਾ ਜਿਹੜੇ ਉਸ ਸਮੇਂ ਦੇ ਫੌਜ ਦੇ ਬ੍ਰਿਗੇਡੀਅਰ ਕੁਲਦੀਪ ਸਿੰਘ ਬਰਾੜ ਵਰਗੇ ਉਹਨਾਂ ਨੇ ਆਪਣੀ ਕਿਤਾਬ ਵਿੱਚ ਜ਼ਿਕਰ ਕੀਤਾ ਹੈ ਕਿ 6 ਲੱਖ ਫੌਜ ਜਿਹੜੀ ਸੀ ਉਹਨੇ ਹਰਿਮੰਦਰ ਸਾਹਿਬ ਨੂੰ ਅਕਾਲ ਤਖਤ ਨੂੰ ਘੇਰਾ ਪਾਇਆ ਹੈ, 4 ਲੱਖ ਫੌਜ ਜਿਹੜੀ ਉਹ ਸ਼ਹਿਰ ਦੇ ਵਿੱਚ ਹੈ ਤੇ ਬਾਕੀ ਜਿਹੜੀ ਫੌਜ ਸੀ ਉਹਨਾਂ ਨੇ ਸਾਰੇ ਬਾਰਡਰਾਂ ਦੇ ਉੱਪਰ, ਸਾਰੇ ਪਿੰਡਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜਾ ਸੀ ਕਰਫਿਊ ਲੱਗਾ ਸੀ। ਉਸ ਸਮੇਂ ਕਰਫਿਊ ਇੰਨਾ ਕੁ ਟਾਈਟ ਕੀਤਾ ਗਿਆ ਸੀ ਕਿ ਸਾਈਕਲ 'ਤੇ ਵੀ ਬੰਦਾ ਨਹੀਂ ਬਾਹਰ ਜਾ ਸਕਦਾ। ਜੇ ਕੋਈ ਮਰੀਜ਼ ਹੈ, ਬਿਮਾਰ ਹੈ, ਉਹਨੂੰ ਵੀ ਘਰ ਦੇ ਵਿੱਚ ਹੀ ਰੱਖਿਆ ਜਾਵੇਗਾ, ਉਹ ਵੀ ਬਾਹਰ ਨਹੀਂ, ਉਹਨੂੰ ਕਿਸੇ ਹਸਪਤਾਲ ਦੇ ਵਿੱਚ ਨਹੀਂ ਤੁਸੀਂ ਲਿਜਾ ਸਕਦੇ। ਕੋਈ ਤੁਰ ਕੇ ਵੀ ਜਾ ਰਿਹਾ, 2 ਬੰਦੇ ਜਾ ਰਹੇ ਆ ਤੇ ਸਰਕਾਰ ਦੇ ਵੱਲੋਂ ਹਦਾਇਤ ਸੀ ਇਹਨਾਂ ਦੇ ਉੱਪਰ ਜਿਹੜਾ ਇਹਨਾਂ ਨੂੰ ਗੋਲੀ ਮਾਰ ਕੇ ਖਤਮ ਕੀਤਾ ਜਾਵੇ। ਇੱਥੋਂ ਤੱਕ ਜਿਹੜੀਆਂ ਬਾਹਰ ਦੀਆਂ ਅਖਬਾਰਾਂ ਹੈ ਉਹਨਾਂ ਨੂੰ ਸਾਰੀਆਂ ਨੂੰ ਬੰਦ ਕਰ ਦਿੱਤਾ ਗਿਆ, ਚੈਨਲ ਜਿਹੜੇ ਸੀ ਸਾਰੇ ਬੰਦ ਕਰ ਦਿੱਤੇ ਗਏ ਰਿਕਾਰਡਿੰਗ ਵਾਲੇ। ਤੇ ਕੁਲਦੀਪ ਬਰਾੜ ਲਿਖਦਾ ਹੈ ਵੀ ਸਾਡੀ ਜਿਹੜੀ ਇੰਦਰਾ ਗਾਂਧੀ ਦੇ ਨਾਲ ਮੁਲਾਕਾਤ ਹੁੰਦੀ ਹੈ ਉਹਦੇ ਵਿੱਚ ਪੁੱਛਿਆ ਜਾਂਦਾ ਹੈ ਵੀ ਕਿੰਨੇ ਕੁ ਸਮੇਂ ਦੇ ਵਿੱਚ ਜਿਹੜਾ ਇਹ ਤੁਸੀਂ ਮੋਰਚਾ ਫਤਿਹ ਕਰ ਲਵੋਗੇ। ਤੇ ਕੁਲਦੀਪ ਬਰਾੜ ਲਿਖਦਾ ਹੈ ਕਿ ਅਸੀਂ ਕਿਹਾ ਵੀ ਵੱਧ ਤੋਂ ਵੱਧ 2 ਘੰਟੇ ਦਾ ਸਮਾਂ ਲੱਗੇਗਾ। ਇੱਧਰ ਸੰਤਾਂ ਦੇ ਨਾਲ BBC ਦੀ ਟੀਮ ਜਿਹੜੀ ਹੈ ਉਹ ਆ ਕੇ ਮੁਲਾਕਾਤ ਕਰਦੀ ਹੈ ਵੀ ਸੰਤ ਜੀ ਚਾਰੇ ਪਾਸੇ ਫੌਜ ਨੇ ਵੱਡੇ ਪੱਧਰ ਤੇ ਘੇਰਾ ਪਾ ਲਿਆ, ਵੱਡੇ ਵੱਡੇ ਤੋਪ ਤੇ ਟੈਂਕ ਜਿਹੜੇ ਹੈ ਉਹ ਵੱਡੀਆਂ ਵੱਡੀਆਂ ਕੋਠੀਆਂ ਦੇ ਉੱਪਰ ਜਿਹੜਾ ਸੀ ਚੜ੍ਹਾ ਕੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਵੱਲ ਨੂੰ ਮੂੰਹ ਕਰਕੇ ਬੀੜ ਦਿੱਤਾ ਗਿਆ ਹੈ ਤੇ ਤੁਹਾਡੇ ਮਨ ਦੇ ਵਿੱਚ ਕੋਈ ਡਰ ਭੈ? ਉਹਨਾਂ ਨੇ ਕਿਹਾ ਡਰ ਨਹੀਂ, ਅਸੀਂ ਆਪਣੇ ਹੱਕਾਂ ਦੇ ਵਾਸਤੇ ਬੈਠੇ ਹਾਂ ਤੇ ਜੇ ਇਹ ਟੈਂਕਾਂ ਦੇ ਨਾਲ ਜਿਹੜਾ ਸਾਡੇ ਤੇ ਹਮਲਾ ਕਰਨਗੇ, ਯਾਦ ਰੱਖਿਓ ਅੱਗੋਂ ਵੀ ਇਹਨਾਂ ਨੂੰ ਜਵਾਬ ਦਿੱਤਾ ਜਾਵੇਗਾ। ਤੇ BBC ਦੀ ਟੀਮ ਨੇ ਕਿਹਾ ਸੀ ਉਹਨਾਂ ਕੋਲ ਆਧੁਨਿਕ ਹਥਿਆਰ ਹੈ, ਜਹਾਜ਼ ਨੇ, ਜਿਹੜੇ ਟੈਂਕ ਨੇ, ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਜਿਹੜੀ ਹੈ ਆਪਣੇ ਕਮਾਂਡੋ ਨੂੰ ਟ੍ਰੇਨਿੰਗ ਦਿੱਤੀ ਹੈ ਤੇ ਤੁਹਾਡੇ ਕੋਲ ਕੀ ਹੈ? ਤੇ ਸੰਤ ਜਰਨੈਲ ਸਿੰਘ ਨੇ ਕਿਹਾ ਸੀ ਇਹ ਤੇ ਸਮਾਂ ਦੱਸੇਗਾ। ਮੈਂ ਥੋੜ੍ਹਾ ਜਿਹਾ ਸਬੇਗ ਸਿੰਘ ਦੇ ਬਾਰੇ ਦੱਸ ਦੇਵਾਂ ਕਿ ਜਰਨਲ ਸਬੇਗ ਸਿੰਘ ਜਦੋਂ ਬੰਗਲਾਦੇਸ਼ ਦੇ ਨਾਲ ਜੰਗ ਲੱਗਦੀ ਹੈ, ਇਹ ਗਰੀਲਾ ਜੰਗ ਦਾ ਬਹੁਤ ਵੱਡਾ ਮਾਹਰ ਸੀ ਜਰਨਲ ਸਬੇਗ ਸਿੰਘ। 90,000 ਫੌਜ ਜਿਹੜੀ ਸੀ ਇਹਨੇ ਬੰਗਲਾਦੇਸ਼ ਦੀ ਉਹਦੇ ਹੱਥ ਖੜੇ ਕਰਵਾ ਦਿੱਤੇ ਸੀ ਜਰਨਲ ਸਬੇਗ ਸਿੰਘ ਨੇ। ਚਾਹੀਦਾ ਤੇ ਸੀ ਸਰਕਾਰ ਨੂੰ ਇਹਦਾ ਮਾਣ ਕਰਨਾ, ਸਗੋਂ ਉਲਟਾ ਜਿਹੜਾ ਸੀ ਜਰਨਲ ਸਬੇਗ ਸਿੰਘ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ। ਉਹਦੇ ਰੋਸ ਵਜੋਂ ਜਰਨਲ ਸਬੇਗ ਸਿੰਘ ਜਿਹੜੇ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਕੋਲ ਆਉਂਦੇ ਹੈ ਤੇ ਆ ਕੇ ਸਾਰੀ ਮੋਰਚਾਬੰਦੀ ਜਿਹੜੀ ਸੀ ਉਹਨਾਂ ਨੇ ਕੀਤੀ, ਕਿਉਂਕਿ ਗਰੀਲਾ ਜੰਗ ਦੇ ਬੜੇ ਵੱਡੇ ਮਾਹਰ ਸਨ। ਜਿੱਥੇ ਜਿੱਥੇ ਵੀ ਮੋਰਚੇ ਸਿੰਘਾਂ ਦੇ ਲੱਗੇ ਸੀ, ਜਿੱਥੇ 40-40 ਸਿੰਘ ਜਿਹੜੇ ਮੋਰਚਿਆਂ ਵਿੱਚ ਸੀ, ਉੱਥੇ ਹਰ ਮੋਰਚੇ ਦੇ ਵਿੱਚ 2-2 ਫੌਜੀ ਸਿੰਘ ਸਨ ਜਿਨ੍ਹਾਂ ਨੂੰ ਟ੍ਰੇਨਿੰਗ ਸੀ।
ਕੁਝ ਉਹ ਸਿੰਘ ਸਨ ਜਿਨ੍ਹਾਂ ਨੂੰ ਜਰਨਲ ਸਬੇਗ ਸਿੰਘ ਨੇ ਟ੍ਰੇਨਿੰਗ ਦਿੱਤੀ ਸੀ। ਤੇ ਜਿਸ ਵੇਲੇ ਇਹ ਸਾਰਾ ਕੁਝ ਹੁੰਦਾ ਹੈ, ਸੰਤ ਜਰਨੈਲ ਸਿੰਘ ਨੂੰ BBC ਦੀ ਟੀਮ ਪੁੱਛਦੀ ਹੈ ਵੀ ਸੰਤ ਜੀ ਤੁਹਾਡੇ ਕੋਲ ਕੀ ਹੈ। ਜਦੋਂ ਜਹਾਜ਼ਾਂ ਦੇ ਰਾਹੀਂ ਉਹ ਕਮਾਂਡੋ ਜਿਹੜੀ ਹੈ ਅੰਦਰ ਭੇਜਣਗੇ, ਉਹ ਤੁਹਾਨੂੰ 2 ਘੰਟਿਆਂ ਦੇ ਵਿੱਚ ਪਕੜ ਲੈਣਗੇ। ਤੇ ਸੰਤਾਂ ਨੇ ਕਿਹਾ ਸੀ ਆ ਲੈਣ ਦਿਓ ਕਮਾਂਡੋ ਨੂੰ, ਆ ਤੇ ਜਾਣਗੇ ਪਰ ਬਾਹਰ ਨਹੀਂ ਜਾਣਗੇ, ਕਿਉਂਕਿ ਉਹਨਾਂ ਨੂੰ ਮਾਣ ਸੀ। ਜਦੋਂ ਮਲਤਾਨ ਦੀ ਜੰਗ ਲੱਗਦੀ ਹੈ ਨਾ, ਯਾਦ ਰੱਖਿਓ, ਇੱਕ ਅੰਗਰੇਜ਼ ਲੇਖਕ ਲਿਖਦਾ ਹੈ ਸਿੱਖਾਂ ਦੇ ਬਾਰੇ। ਸਾਡੇ ਬੱਚਿਆਂ ਨੂੰ ਬਹੁਤ ਕੁਝ ਘੱਟ ਅਸੀਂ ਇਹ ਇਤਿਹਾਸ ਪੜ੍ਹਾਇਆ। ਉਹ ਕਹਿੰਦਾ ਜਦੋਂ ਮਲਤਾਨ ਦਾ ਯੁੱਧ ਹੋਇਆ, ਮਲਤਾਨ ਦੇ ਕਿਲੇ ਦੀ ਕੰਧ ਢਾਉਣੀ ਸੀ ਨਾ, ਤੇ ਉਸ ਟਾਈਮ ਤੇ ਜਿਹੜੀ ਸਿੱਖਾਂ ਦੇ ਕੋਲ ਤੋਪ ਸੀ ਉਹਦਾ ਇੱਕ ਪਹੀਆ ਜਿਹੜਾ ਸੀ ਟੁੱਟ ਗਿਆ। ਸਿੱਖਾਂ ਨੇ ਆ ਕੇ ਆਪਣੇ ਜਰਨੈਲ ਨੂੰ ਕਿਹਾ ਕਿ ਹੁਣ ਇਹ ਕਿਲੇ ਦੀ ਕੰਧ ਕਦੇ ਢੱਠ ਨਹੀਂ ਸਕੇਗੀ, ਆਪਣੀ ਤੋਪ ਦਾ ਇੱਕ ਪਹੀਆ ਟੁੱਟ ਗਿਆ। ਤੇ ਉਸ ਵੇਲੇ ਸਿੱਖਾਂ ਦੇ ਜਰਨੈਲ ਬਾਬਾ ਫੂਲਾ ਸਿੰਘ ਜੀ ਨੇ ਕਿਹਾ ਸੀ, ਕਹਿਣ ਲੱਗੇ ਤੁਸੀਂ ਘਬਰਾਓ ਨਾ, ਗੁਰੂ ਕੇ ਸਿੱਖ ਜਿਹੜੇ ਇਸ ਤੋਪ ਦੇ ਜਿੱਥੋਂ ਟਾਇਰ ਟੁੱਟਾ ਹੈ ਆਪਣਾ ਉਹ ਮੋਢਾ ਦਿਆ ਕਰਨਗੇ ਤੇ ਬੰਬ ਚਲਾਇਆ ਜਾਇਆ ਕਰੇਗਾ। ਇੱਥੇ ਅੱਜ ਸ਼ਹੀਦ ਹੋਣ ਦਾ ਸਮਾਂ ਆ ਗਿਆ। ਤੇ ਉਹ ਅੰਗਰੇਜ਼ ਲਿਖਦਾ ਹੈ ਕਿ ਬਹੁਤ ਸਾਰੇ ਸਿੰਘ ਜਿਹੜੇ ਸੀ ਉਹ ਲਾਈਨਾਂ ਦੇ ਵਿੱਚ ਲੱਗ ਗਏ ਸੀ, ਕਿਉਂਕਿ ਜਦੋਂ ਜਿਹੜਾ ਵੀ ਸਿੰਘ ਤੋਪ ਦੇ ਥੱਲੇ ਆਪਣਾ ਮੋਢਾ ਦਿੰਦਾ ਸੀ, ਜਦੋਂ ਤੋਪ ਦੇ ਵਿੱਚ ਗੋਲਾ ਚੱਲਦਾ ਸੀ, ਨਾਲ ਹੀ ਉਸ ਸਿੰਘ ਦੀ ਧੌਣ ਲੱਥ ਕੇ ਉਹ ਦੂਰ ਜਾ ਕੇ ਡਿੱਗਦੀ ਸੀ, ਉਹ ਸ਼ਹੀਦ ਹੋ ਜਾਂਦਾ ਸੀ। ਉਹ ਜਰਨਲ ਅੰਗਰੇਜ਼ ਲਿਖਦਾ ਹੈ, ਕਹਿੰਦਾ ਜਦੋਂ ਮੈਂ ਇਹ ਦੇਖਿਆ ਕਿ ਬੜੀ ਲੰਬੀ ਲਾਈਨ ਜਿਹੜੀ ਸੀ ਸਿੰਘਾਂ ਦੀ ਲੱਗ ਗਈ, ਤੇ ਕਹਿੰਦਾ ਮੈਂ ਸਿੱਖਾਂ ਦਾ ਜਜ਼ਬਾ ਵੇਖਿਆ, ਜੋਸ਼ ਵੇਖਿਆ, ਤੇ ਮੇਰਾ ਵੀ ਮਨ ਕੀਤਾ ਮੈਂ ਵੀ ਉਸ ਲਾਈਨ ਦੇ ਵਿੱਚ ਜਾ ਕੇ ਲੱਗ ਗਿਆ। ਉਹ ਜਰਨਲ ਅੰਗਰੇਜ਼ ਲਿਖਦਾ ਹੈ, ਕਹਿੰਦਾ ਵੀ ਜਦੋਂ ਤੱਕ ਮੇਰੀ ਵਾਰੀ ਆਈ ਉਸ ਟਾਈਮ ਤੱਕ ਜਿਹੜਾ ਸੀ ਉਹ ਕਿਲੇ ਦੀ ਕੰਧ ਜਿਹੜੀ ਸੀ ਉਹਦੇ ਵਿੱਚ ਪਾੜ ਪੈ ਗਿਆ, ਤੇ ਜਿਹੜਾ ਸੀ ਮੈਂ ਬਚ ਗਿਆ। ਤੇ ਉਹ ਇਤਿਹਾਸ ਜਿਹੜਾ ਸੀ ਉਸ ਵੇਲੇ ਦਾ ਅੱਖੀਂ ਵੇਖਿਆ, ਉਹ ਲਿਖਦਾ ਪਿਆ ਏ ਕਿ ਸਿੱਖ ਇਹੋ ਜਿਹੀ ਕੌਮ ਹੈ, ਇਹ ਮਰਨ ਤੋਂ ਕਦੇ ਘਬਰਾਉਂਦੇ ਨਹੀਂ। 3 ਜੂਨ ਦਾ ਦਿਨ ਯਾਦ ਰੱਖਿਓ, ਜਦੋਂ ਫੌਜ ਵੱਲੋਂ ਗੋਲੀਬਾਰੀ ਕੀਤੀ ਜਾਂਦੀ ਹੈ। ਪਹਿਲੇ ਦਿਨ ਜਿਹੜਾ ਸੀ 6 ਲੱਖ ਫੌਜ ਜਿਹੜੀ ਹਰਿਮੰਦਰ ਸਾਹਿਬ ਦੇ ਆਸ-ਪਾਸ ਘੇਰੇ ਜਿਹੜੀ 6 ਲੱਖ ਫੌਜ ਹੈ, ਜਿਹਦੇ ਵਿੱਚ ਜਿਹੜੇ ਟੈਂਕ, ਬਖਤਰਬੰਦ ਗੱਡੀਆਂ ਤੇ ਬਹੁਤ ਸਾਰੀਆਂ ਵੱਡੀਆਂ ਤੋਪਾਂ ਜਿਹੜੀਆਂ ਅਕਾਲ ਤਖਤ ਸਾਹਿਬ ਦੇ ਲਾਗੇ ਜਿਹੜੀਆਂ ਵੱਡੀਆਂ ਕੋਠੀਆਂ ਸੀ ਉਹਨਾਂ ਦੇ ਉੱਪਰ ਬੀੜੀਆਂ ਗਈਆਂ, ਜਿੱਥੋਂ ਸਿੱਧਾ ਅਕਾਲ ਤਖਤ ਸਾਹਿਬ ਨੂੰ ਜਿਹੜਾ ਸੀ ਨਿਸ਼ਾਨੇ 'ਤੇ ਲਿਆ ਜਾ ਸਕੇ। ਜਦੋਂ ਜਿਹੜਾ ਸੀ ਇਹ ਫੌਜ ਦੇ ਵੱਲੋਂ ਸਭ ਤੋਂ ਪਹਿਲਾਂ 300 ਜਿਹੜੇ ਕਮਾਂਡੋ, ਜਿਨ੍ਹਾਂ ਨੂੰ ਉਹਨਾਂ ਨੇ ਇੱਕ ਵੱਖਰੀ ਕਿਸਮ ਦੀ ਟ੍ਰੇਨਿੰਗ ਦਿੱਤੀ ਸੀ, ਉਹ ਜਹਾਜ਼ ਦੇ ਰਾਹੀਂ ਉਹਨਾਂ ਨੇ ਅਕਾਲ ਤਖਤ ਸਾਹਿਬ ਵੱਲ ਜਿਹੜਾ ਸੀ ਉਹਨਾਂ ਨੂੰ ਭੇਜਿਆ। ਉਹ 300 ਦਾ 300 ਜਿਹੜਾ ਅੰਦਰ ਹੀ ਰਿਹਾ, ਉਹਦੇ ਬਾਰੇ ਕਿਸੇ ਨੂੰ ਦੱਸ ਧੁੱਖ ਨਹੀਂ ਨਿਕਲੀ ਵੀ ਉਹ 300 ਜਿਹੜਾ ਕਮਾਂਡੋ ਜਿਹਦੇ 'ਤੇ ਮਾਣ ਸੀ। ਜਰਨਲ ਕੁਲਦੀਪ ਸਿੰਘ ਬ੍ਰਿਗੇਡੀਅਰ ਲਿਖਦਾ ਹੈ, ਕਹਿੰਦਾ ਵੀ ਸਾਨੂੰ ਉਸ 300 ਕਮਾਂਡੋ ਦੇ ਉੱਪਰ ਬੜਾ ਵੱਡਾ ਮਾਣ ਸੀ। ਅਸੀਂ ਇੰਦਰਾ ਗਾਂਧੀ ਨਾਲ ਵਾਅਦਾ ਕੀਤਾ ਸੀ ਵੀ 2 ਘੰਟੇ ਦੇ ਵਿੱਚ ਇਹ ਮੋਰਚਾ ਅਸੀਂ ਫਤਿਹ ਕਰ ਲਵਾਂਗੇ, ਜਾਂ ਸੰਤ ਨੂੰ ਸ਼ਹੀਦ ਕਰ ਦਾਂਗੇ, ਜਾਂ ਅਸੀਂ ਜਿਉਂਦਾ ਗ੍ਰਿਫਤਾਰ ਕਰ ਲਵਾਂਗੇ। ਕਹਿੰਦਾ ਜਿਹੜੇ 300 ਤੇ ਮਾਣ ਸੀ ਸਾਨੂੰ, ਜਦੋਂ ਉਹ 300 ਵਾਪਸ ਨਾ ਆਇਆ ਤੇ ਸਾਡਾ ਹੌਸਲਾ ਟੁੱਟ ਗਿਆ। ਫਿਰ 4 ਜੂਨ ਨੂੰ ਜਦੋਂ ਜਿਹੜੇ ਟੈਂਕ ਜਿਹੜੇ ਉਹਨਾਂ ਨੂੰ ਅੰਦਰ ਵਾੜਿਆ ਜਾਂਦਾ ਹੈ, ਇੱਥੇ ਮੈਂ ਇੱਕ ਗੁਰੂ ਕੇ ਸਿੱਖ ਦਾ ਜ਼ਰੂਰ ਜ਼ਿਕਰ ਕਰਾਂਗਾ, ਭਾਈ ਮੋਹਰ ਸਿੰਘ। ਇਹ ਗੁਰੂ ਕਾ ਸਿੱਖ, ਇਹਦੀਆਂ 2 ਬੱਚੀਆਂ, ਇੱਕ ਦਾ ਨਾਂ ਹੈ ਬੀਬੀ ਸਤਨਾਮ ਕੌਰ ਤੇ ਇੱਕ ਦਾ ਨਾਮ ਹੈ ਬੀਬੀ ਬੱਚੀ ਵਾਹਿਗੁਰੂ ਕੌਰ। ਇਹਦੀਆਂ 2 ਧੀਆਂ ਸਨ, ਇੱਕ ਦਾ ਨਾਂ ਹੈ ਸਤਨਾਮ ਕੌਰ ਤੇ ਇੱਕ ਦਾ ਨਾਮ ਵਾਹਿਗੁਰੂ ਕੌਰ। ਜਦੋਂ ਇਹਨੇ ਭਾਈ ਮੋਹਰ ਸਿੰਘ ਨੇ ਦੇਖਿਆ ਵੀ ਜਿਹੜੇ ਟੈਂਕ ਹੈ ਉਹ ਬਾਬਾ ਦੀਪ ਸਿੰਘ ਵਾਲੇ ਪਾਸੇ ਥਾਣੀ ਇੱਧਰ ਦੀ ਆ ਰਹੇ ਹੈ, ਇਹਨੇ ਸਭ ਤੋਂ ਪਹਿਲਾਂ ਆਪਣੀ ਬੱਚੀ ਸਤਨਾਮ ਕੌਰ ਦੇ ਪੇਟ ਦੇ ਨਾਲ ਬੰਬ ਬੰਨ੍ਹ ਕੇ ਉਹਨੂੰ ਤੋੜਿਆ, ਜਿਹਨੇ ਪਹਿਲਾ ਟੈਂਕ ਜਿਹੜਾ ਸੀ ਉਡਾਇਆ। ਉਸ ਤੋਂ ਬਾਅਦ ਇਹਦੀ ਦੂਸਰੀ ਬੱਚੀ ਵਾਹਿਗੁਰੂ ਕੌਰ ਜਿਹੜੀ ਹੈ ਉਹ ਆਪਣੇ ਪੇਟ ਨਾਲ ਬੰਬ ਬੰਨ੍ਹ ਕੇ ਉਹ ਜਾਂਦੀ ਹੈ। ਉਸ ਤੋਂ ਬਾਅਦ ਭਾਈ ਮੋਹਰ ਸਿੰਘ ਦੀ ਘਰਵਾਲੀ ਤੇ ਫਿਰ ਭਾਈ ਮੋਹਰ ਸਿੰਘ। ਇਹ ਸੀ ਗੁਰੂ ਕੇ ਸਿੱਖ ਜਿਨ੍ਹਾਂ ਦੇ ਅੰਦਰ ਜਜ਼ਬਾ ਸੀ। ਇੱਧਰ ਗੋਲੀਬਾਰੀ ਚੱਲਦੀ ਪਈ ਹੈ, ਬੇਦੋਸ਼ੀਆਂ ਦੇ ਉੱਪਰ ਗੋਲੀਆਂ ਵਰਾਈਆਂ ਗਈਆਂ। ਇੱਧਰ ਜਰਨਲ ਸਬੇਗ ਸਿੰਘ ਹੁਣਾਂ ਨੇ ਸਾਰੀ ਮੋਰਚੇਬੰਦੀ ਸੰਭਾਲੀ ਹੈ। ਵੱਡੇ ਪੱਧਰ ਦੇ ਉੱਪਰ ਜਿਹੜਾ ਸੀ ਗੋਲੀਬਾਰੀ ਚੱਲਦੀ ਪਈ ਹੈ, ਤੇ ਜਿਹਦੇ ਵਿੱਚ
ਕੁਲਦੀਪ ਸਿੰਘ ਬਰਾੜ ਲਿਖਦਾ ਵੀ ਸਾਡੇ ਫੌਜੀਆਂ ਦੀ ਲਾਸ਼ਾਂ ਦੇ ਢੇਰ ਲੱਗ ਗਏ ਤੇ ਸਾਨੂੰ ਹੱਥਾਂ ਪੈਰਾਂ ਦੀ ਪੈ ਗਈ। ਉਧਰ ਇੰਦਰਾ ਗਾਂਧੀ ਜਿਹੜੀ ਸੀ ਉਹ ਬਾਰ-ਬਾਰ ਫੋਨ ਕਰ ਰਹੀ ਸੀ ਵੀ ਇਹਨੂੰ ਛੇਤੀ ਜਿਹੜਾ ਖਤਮ ਕੀਤਾ ਜਾਵੇ, ਕਿਉਂਕਿ ਖਤਰਾ ਸੀ ਕਿ ਕਿਤੇ ਕੋਈ ਹੋਰ ਮੁਲਕ ਜਿਹੜਾ ਵਾ ਉਹ ਹਮਲਾ ਨਾ ਕਰ ਦੇਵੇ, ਕਿਉਂਕਿ ਸਾਰੀ ਫੌਜ ਤੇ ਜਿਹੜੀ ਹੈ ਪੰਜਾਬ ਦੀ ਧਰਤੀ ਤੇ ਬਾਰਡਰਾਂ ਤੇ ਲਾਈ ਗਈ ਹੈ। 10 ਲੱਖ ਫੌਜ ਇਕੱਲੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ, ਜਿਹਦੇ ਵਿੱਚ 6 ਲੱਖ ਫੌਜ ਜਿਹੜੀ ਹੈ ਉਹ ਕੱਲੀ ਹਰਿਮੰਦਰ ਸਾਹਿਬ ਦੀ ਘੇਰਾਬੰਦੀ ਜਿਹਨੇ ਕੀਤੀ ਹੈ। ਦੇਖੋ ਕਿੱਡੇ ਵੱਡੇ ਪੱਧਰ ਦੇ ਉੱਪਰ ਮੈਂ ਸੋਚਦਾ ਸੀ ਵੀ ਜਿਸ ਦਿਨ ਜਲਿਆਂਵਾਲੇ ਬਾਗ ਦਾ ਕਾਂਡ ਹੋਇਆ ਨਾ, ਉਹ ਬੇਗਾਨਿਆਂ ਦੇ ਵੱਲੋਂ ਸੀ, ਭਾਵੇਂ ਉਹਦੇ ਵਿੱਚ ਵੀ ਬੇਦੋਸ਼ੀਆਂ ਨੂੰ ਸ਼ਹੀਦ ਕੀਤਾ ਗਿਆ, ਪਰ ਯਾਦ ਰੱਖਿਓ ਜਿਸ ਦਿਨ ਉਹ ਜਲਿਆਂਵਾਲੇ ਬਾਗ ਦਾ ਕਾਂਡ ਜਿਹੜਾ ਸਮਾਪਤ ਹੁੰਦਾ ਹੈ, ਉਸ ਤੋਂ ਬਾਅਦ ਜਨਰਲ ਡਾਇਰ ਦੇ ਵੱਲੋਂ ਅੰਗਰੇਜ਼ਾਂ ਦੇ ਵੱਲੋਂ ਲਾਸ਼ਾਂ ਨੂੰ ਜਿਹੜਾ ਸੀ ਸ਼ਨਾਖਤ ਕੀਤੀ ਗਈ, ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਗਈਆਂ। ਪਰ ਜਿਸ ਦਿਨ ਸਾਡੇ ਆਪਣਿਆਂ ਨੇ ਸਾਡੇ ਤੇ ਅਟੈਕ ਕੀਤਾ, ਕੁਝ ਲਾਸ਼ਾਂ ਜਿਹੜੀਆਂ ਸੀ ਉਹ ਸਰੋਵਰ ਦੇ ਵਿੱਚ ਤਰਦੀਆਂ ਪਈਆਂ, ਸਾਰੀ ਸਰਾਂ ਜਿਹੜੀ ਸੀ ਉਹ ਖੂਨ ਦੇ ਨਾਲ ਭਰੀ ਪਈ ਹੈ। ਯਾਦ ਰੱਖਿਓ ਜਿਹੜੀ ਇੱਕ ਛਿੱਲ ਹੈ ਨਾ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ, ਉਹਦੇ ਤੇ ਕਈ ਸਿੰਘਾਂ ਦਾ ਖੂਨ ਡੁੱਲਾ ਪਿਆ ਹੈ। ਜਦੋਂ ਹਰਿਮੰਦਰ ਸਾਹਿਬ ਜਾਈਏ ਨਾ, ਇੱਕ ਛਿੱਲ ਤੇ ਅਸੀਂ ਜਦੋਂ ਪੈਰ ਰੱਖਦੇ ਹਾਂ ਤੇ ਯਾਦ ਰੱਖਿਓ ਉਹ ਇੱਕ ਸ਼ਹੀਦ ਸਿੰਘ ਦੇ ਅਸੀਂ ਸਰੀਰ ਦੇ ਉੱਪਰ ਪੈਰ ਰੱਖ ਕੇ ਤੁਰਦੇ ਹਾਂ। ਸਾਰਾ ਜਿਹੜੀ ਸਰਾਂ ਸੀ ਘੇਰੇ ਪਰਿਕਰਮਾ ਸੀ ਜਿਹੜੀ, ਇਹ ਸਾਰੀ ਲਾਸ਼ਾਂ ਦੇ ਨਾਲ ਭਰੀ ਪਈ ਹੈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿਹੜੇ ਵੱਡੇ ਪੱਧਰ ਤੇ ਉਹਨਾਂ ਨੇ ਕਿਹਾ ਸੀ ਇਹ ਸਾਡੀ ਹਿੱਕ ਦੇ ਵਿੱਚ ਗੋਲੀ ਵੱਜੇਗੀ, ਅਸੀਂ ਇੱਥੋਂ ਜਿਉਂਦੇ ਨਹੀਂ ਜਾਂਦੇ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਉਹ ਸੀ ਜਿਹੜੇ ਟਕਸਾਲ ਦੇ 14ਵੇਂ ਮੁਖੀ ਬਾਬਾ ਜੋਗਿੰਦਰ ਸਿੰਘ, ਬਾਪੂ ਜੋਗਿੰਦਰ ਸਿੰਘ ਦੇ ਛੋਟੇ ਪੁੱਤਰ। ਕਹਿੰਦੇ ਜਦੋਂ ਸਕੂਲੋਂ ਪੜ੍ਹ ਕੇ ਆਏ ਤੇ ਇੱਕ ਦਿਨ ਬਸਤਾ ਰੱਖਿਆ ਤੇ ਬਾਪੂ ਜੋਗਿੰਦਰ ਸਿੰਘ ਨੇ ਮੂੰਹ ਤੇ ਥੱਪੜ ਮਾਰ ਕੇ ਕਿਹਾ ਸੀ, ਜਰਨੈਲ ਸਿੰਘਾ ਬਹੁਤਾ ਥੱਕ ਗਿਆ, ਚੱਲ ਉੱਠ ਕੇ ਜਪਜੀ ਸਾਹਿਬ ਦੇ ਪਾਠ ਸੁਣਾ। ਪਹਿਲੇ ਦਿਨ 5 ਪਾਠ ਜਪਜੀ ਸਾਹਿਬ ਦੇ ਸੁਣਾਏ। ਉਹ ਸੰਤ ਜਰਨੈਲ ਸਿੰਘ ਜਿਨ੍ਹਾਂ ਦੇ ਅੰਦਰ ਗੁਰਬਾਣੀ ਜਿਹੜੀ ਸੀ ਪਹਿਲਾਂ ਸੰਤ ਬਣਦਾ ਹੈ ਤੇ ਬਾਅਦ ਵਿੱਚ ਸਿਪਾਹੀ ਬਣਦਾ ਹੈ, ਜਿਨ੍ਹਾਂ ਨੇ ਸੁੰਦਰ ਗੁਟਕੇ ਦਾ ਨਿਤਨੇਮ 101 ਪਾਠ ਜਪਜੀ ਸਾਹਿਬ ਦੇ ਜਿਹੜਾ ਰੋਜ਼ਾਨਾ ਉਹਨਾਂ ਦਾ ਨਿਤਨੇਮ ਸੀ, ਕੰਮ ਕਰਦਿਆਂ ਤੁਰੇ ਫਿਰਦਿਆਂ ਉਹਨਾਂ ਨੇ ਇੰਨੀ ਬਾਣੀ ਜਿਹੜੀ ਸੀ ਉਹਨਾਂ ਨੂੰ ਯਾਦ ਸੀ ਤੇ ਹਰ ਵੇਲੇ ਉਹ ਬਾਣੀ ਪੜ੍ਹਦੇ ਰਹਿੰਦੇ ਸਨ। ਐਵੇਂ ਨਹੀਂ ਸੀ ਉਹਨਾਂ ਦੇ ਇੱਕ ਬੋਲ ਤੇ ਹਜ਼ਾਰਾਂ ਸਿੰਘ ਜਿਹੜੇ ਸੀ ਸ਼ਹੀਦ ਹੋਣ ਵਾਸਤੇ ਅੱਗੇ ਆ ਜਾਂਦੇ। ਕੇਵਲ ਉਹਨਾਂ ਨੇ ਕੌਮ ਨੂੰ ਅੱਗੇ ਚੁੱਕਣ ਵਾਸਤੇ, ਕੌਮ ਦੇ ਹੱਕਾਂ ਦੇ ਵਾਸਤੇ, ਸਿੱਖਾਂ ਦੇ ਜਿਹੜੇ ਮਸਲਿਆਂ ਦੇ ਵਾਸਤੇ, ਜਿਹੜੇ ਸਾਡੇ ਅੱਜ ਪੁੱਤ ਜਿਹੜੇ ਆ ਜਿੱਥੇ ਮਰਜ਼ੀ ਕਿਸੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ, ਕੋਈ ਉਹਦਾ ਕਾਤਲ ਪਕੜਿਆ ਨਹੀਂ ਜਾਂਦਾ, ਤੇ ਜੇ ਕਿਤੇ ਕਿਸੇ ਹੋਰ ਜਗ੍ਹਾ ਤੇ ਕੋਈ ਗੱਲਬਾਤ ਹੋਵੇ ਸਿੱਖਾਂ ਦਾ ਨਾਂ ਆ ਜਾਵੇ ਤੇ 20 ਸਿੱਖ ਜਿਹੜੇ ਉਹਨਾਂ ਨੂੰ ਬੇਦੋਸ਼ੀਆਂ ਨੂੰ ਪਕੜ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਂਦਾ ਹੈ। ਜੇ ਕੋਈ ਹੋਰ ਕੌਮ ਦਾ ਕਤਲ ਕਰ ਦੇਵੇ ਉਹਨਾਂ ਦੀ 12 ਸਾਲ 10 ਸਾਲਾਂ ਬਾਅਦ ਰਿਹਾਈ। ਜੇ ਸਿੱਖ ਜਿਹੜੇ ਹੈ ਆਪਣੇ ਹੱਕਾਂ ਦੇ ਵਾਸਤੇ ਜਿਹੜੇ ਹੈ ਉਹ ਲੜਦੇ ਹੈ, ਉਹਨਾਂ ਦੇ ਉੱਪਰ ਕੇਸ ਪਾ ਕੇ ਉਹਨਾਂ ਨੂੰ 25 30 ਸਾਲ ਜੇਲ੍ਹ ਦੇ ਵਿੱਚ ਸਾੜਿਆ ਜਾਂਦਾ ਹੈ। ਉਹਨਾਂ ਵਾਸਤੇ ਕੋਈ ਰਿਹਾਈ ਨਹੀਂ, ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ। ਹਾਲਾਂਕਿ ਕਾਨੂੰਨ ਤੇ ਸਾਰਿਆਂ ਵਾਸਤੇ ਇੱਕੋ ਹੈ, ਪਰ ਸਿੱਖਾਂ ਦੇ ਨਾਲ ਹਮੇਸ਼ਾ ਵਿਤਕਰਾ ਕੀਤਾ ਗਿਆ। ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਯਾਦ ਰੱਖਿਓ ਇਹ 4 ਜੂਨ ਨੂੰ ਜਿਹੜਾ ਸੀ ਇਹ ਗੋਲੀਬਾਰੀ ਚੱਲਦੀ ਹੈ, 5 ਜੂਨ ਨੂੰ ਚੱਲਦੀ ਹੈ ਤੇ 6 ਜੂਨ ਜਿਹੜਾ ਸੀ ਬਹੁਤ ਵੱਡੇ ਪੱਧਰ ਤੇ ਮੁਕਾਬਲਾ, ਤੇ ਸੰਤਾਂ ਨੇ ਉੱਥੇ ਕੁਝ ਸਿੰਘਾਂ ਨੂੰ ਕਿਹਾ ਸੀ ਜਿਹੜੇ ਜਾਣਾ ਚਾਹੁੰਦੇ ਆ ਉਹ ਜਾ ਵੀ ਸਕਦੇ ਆ, ਪਰ ਬਹੁਤਿਆਂ ਨੇ ਕਿਹਾ ਸੀ ਨਹੀਂ ਸੰਤ ਜੀ ਅਸੀਂ ਤੁਹਾਡੇ ਨਾਲ ਸ਼ਹੀਦ ਹੋਣਾ ਚਾਹੁੰਦੇ ਹਾਂ। ਕੁਝ ਕੁ ਸਿੰਘ ਜਿਹੜਾ ਸੀ ਸੰਤਾਂ ਨੇ ਕਿਹਾ ਸੀ ਤੁਸੀਂ ਨਿਕਲ ਜਾਓ, ਭਾਵੇਂ ਕਿ ਬਾਹਰ ਉਹ ਪਕੜੇ ਗਏ, ਜੋਧਪੁਰ ਦੀਆਂ ਜੇਲ੍ਹਾਂ ਕੱਟੀਆਂ। ਉਹਨਾਂ ਦੀ ਜ਼ਬਾਨੀ ਕਿ ਜਦੋਂ 7 ਜੂਨ ਨੂੰ ਸੰਤ ਜਰਨੈਲ ਸਿੰਘ ਜੀ ਸ਼ਹੀਦ ਹੁੰਦੇ ਹੈ, ਉਸ ਵੇਲੇ ਜਿਹੜਾ ਸੀ ਫੌਜ ਵੱਲੋਂ ਅੰਦਰ ਜਿਹੜਾ ਸੀ ਇੱਕ ਅਨਾਉਂਸਮੈਂਟ ਕੀਤੀ ਗਈ ਕਿ ਜਿਹੜੇ ਹੱਥ ਖੜੇ ਕਰਕੇ ਬਾਹਰ ਆ ਜਾਣ, ਜਿਹਦੇ ਵਿੱਚ ਜਦੋਂ ਕੁਝ ਜਿਹੜੇ ਸਿੰਘ ਸੀ ਉਹਨਾਂ ਨੂੰ ਪਕੜਿਆ ਗਿਆ, ਜੀਂਦੇ ਪਕੜੇ ਗਏ। ਅੰਦਰ ਪਾਣੀ ਦੀ ਇੰਨੀ ਕੁ ਘਾਟ, ਬਿਜਲੀ ਬੰਦ ਕਰ ਦਿੱਤੀ ਗਈ, ਜਿਹੜਾ ਵੀ ਕਿਤੇ ਸਰੋਵਰ ਤੋਂ, ਭਾਵੇਂ ਕਿ ਸਰੋਵਰ ਜਿਹੜਾ ਸੀ ਉਹ ਖੂਨ ਦੇ ਨਾਲ ਲਾਲ ਹੋ ਚੁੱਕਾ ਸੀ, ਜਿਹੜਾ ਵੀ ਕੋਈ ਜਲ ਲੈਣ ਵਾਸਤੇ ਜਾਂਦਾ ਸੀ ਉਹ ਗੋਲੀ ਦਾ ਸ਼ਿਕਾਰ ਹੋ ਜਾਂਦਾ ਸੀ। ਇੱਦਾਂ ਦੇ ਹਾਲਾਤ ਸਨ। ਅੱਜ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ,
ਜਿਹੜੇ ਗੁਰੂ ਕੇ ਸਿੱਖ ਉੱਥੇ ਸੀ ਉਹ ਦੱਸਦੇ ਆ ਕਿ ਸਾਡੀਆਂ ਜਿਹੜੀਆਂ ਬਨੈਣਾ ਸੀ ਨਾ, ਉਹ ਨਿਚੋੜ ਕੇ ਇੱਕ ਦੂਜੇ ਦੇ ਮੂੰਹ ਦੇ ਵਿੱਚ ਪਾਉਂਦੇ ਸੀ ਕਿ ਸਾਡੇ ਬੁੱਲ ਗਿੱਲੇ ਹੋ ਜਾਣ। ਬੱਚੇ ਰੋਂਦੇ ਜਿਹੜੇ ਸੀ ਉਹਨਾਂ ਨੂੰ ਜਰਿਆ ਨਹੀਂ ਸੀ ਜਾਂਦਾ, ਉਹਨਾਂ ਬੱਚਿਆਂ ਦੇ ਮੂੰਹਾਂ ਦੇ ਵਿੱਚ ਆਪਣਾ ਪਸੀਨਾ ਨਿਚੋੜ ਕੇ ਪਾਉਣਾ ਤਾਂ ਕਿ ਉਹਨਾਂ ਦੇ ਬੁੱਲ ਗਿੱਲੇ ਹੋ ਜਾਣ। ਅੱਜ ਸਾਡੇ ਵਰਗਾ ਜਿਹੜਾ ਮਰਜ਼ੀ ਉੱਠ ਕੇ ਕਹਿ ਦਿੰਦਾ ਜੀ ਇਹ ਤੇ ਬੜੀ ਵੱਡੀ ਗਲਤੀ ਸੀ। ਠੀਕ ਹੈ, ਅਕਾਲ ਤਖਤ ਤੇ ਸੰਤ ਜਰਨੈਲ ਸਿੰਘ ਸੀ, ਬਾਕੀ ਗੁਰਦੁਆਰਿਆਂ ਦੇ ਵਿੱਚ ਤੇ ਸੰਤ ਜਰਨੈਲ ਸਿੰਘ ਜੀ ਨਹੀਂ ਸਨ, ਜਿਨ੍ਹਾਂ ਦੇ ਉੱਪਰ ਕਿਉਂਕਿ ਇੱਕ ਸਿੱਖ ਨਸਲਕੁਸ਼ੀ ਕੀਤੀ ਗਈ ਵੀ ਸਿੱਖਾਂ ਨੂੰ ਖਤਮ ਕਿਵੇਂ ਕਰਨਾ ਹੈ। ਇਹ ਕਦੀ ਵੀ ਆਪਣੇ ਹੱਕ ਨਾ ਮੰਗਣ, ਕਦੀ ਵੀ ਆਪਣੇ ਹੱਕਾਂ ਦੀ ਗੱਲ ਨਾ ਕਰਨ, ਤੇ ਇਹਨਾਂ ਦਾ ਸੁਪਰੀਮ ਜਿਹੜਾ ਅਕਾਲ ਤਖਤ ਹੈ, ਅਕਾਲ ਤਖਤ ਨੂੰ ਖਤਮ ਕਰ ਦੇਵਾਂਗੇ, ਸਿੱਖੀ ਆਪਣੇ ਆਪ ਖਤਮ ਹੋ ਜਾਵੇਗੀ। ਹਰ ਹਕੂਮਤ ਨੇ ਯਤਨ ਕੀਤਾ ਕਿ ਅਕਾਲ ਤਖਤ ਦੇ ਉੱਪਰ ਹਮਲਾ ਬੋਲ ਕੇ ਉਹਨੂੰ ਖਤਮ ਕਿਵੇਂ ਕਰਨਾ ਹੈ, ਪਰ ਯਾਦ ਰੱਖਿਓ ਜਿਵੇਂ ਜਿਵੇਂ ਵੀ ਅਕਾਲ ਤਖਤ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ, ਅਕਾਲ ਤਖਤ ਹੋਰ ਵੱਡੇ ਪੱਧਰ ਦੇ ਉੱਪਰ ਜਿਹੜਾ ਸੀ ਉਹ ਕੌਮ ਦੇ ਵਿੱਚ ਉੱਭਰ ਕੇ ਅੱਗੇ ਆਇਆ। ਜਿਸ ਦਿਨ ਸੰਤ ਸ਼ਹੀਦ ਹੋ ਜਾਂਦੇ ਆ ਤੇ ਇਹ ਸਿੱਖ ਜਿਹੜੇ ਸੀ ਵਿੱਚ ਬੱਚੇ ਬੀਬੀਆਂ, ਉਹ ਇੱਕ ਕੈਂਪ ਦੇ ਵਿੱਚ ਬਾਹਰ, ਜੇਠ ਦਾ ਮਹੀਨਾ ਧਿਆਨ ਦਿਓ, ਹੁਣ ਇਹ ਤੇ ਸੰਤ ਜਰਨੈਲ ਸਿੰਘ ਨਹੀਂ ਸੀ, ਜਿਹੜੇ ਨਿੱਕੇ ਨਿੱਕੇ ਬੱਚੇ ਸਨ ਉਹਨਾਂ ਨੂੰ ਬਾਹਰ ਧੁੱਪ ਦੇ ਵਿੱਚ ਗਰਮ ਸੜਕ ਦੇ ਉੱਪਰ ਜਿਹੜਾ ਸੀ ਨੰਗੇ ਪਿੰਡੇ ਲੰਮੇ ਪਾਇਆ ਗਿਆ। ਜਿਹੜੇ ਗੁਰੂ ਕੇ ਸਿੰਘ ਸਨ ਉਹਨਾਂ ਦੇ ਹੱਥ ਪਿੱਛੇ ਬੰਨੇ ਗਏ, ਬੱਚੇ ਪਾਣੀ ਖੁਣੋਂ ਵਿਲਕਦੇ ਸੀ। ਇੱਕ ਦੋ ਭਰਾ ਹੋਏ ਆ, ਚਾਚੇ ਤਾਏ ਦੇ ਪੁੱਤ, ਜੀਰੇ ਪਿੰਡ ਦੇ ਜਗਦੀਸ਼ ਸਿੰਘ ਤੇ ਇਕਬਾਲ ਸਿੰਘ, ਅੱਜ ਵੀ ਜਿਉਂਦੇ ਜਾਗਦੇ, ਜਿਹੜੇ ਉਸ ਟਾਈਮ ਤੇ ਸੰਤਾਂ ਦੇ ਨਾਲ ਸਨ, ਜਿਹੜੇ ਦੱਸਦੇ ਆ ਕਿ ਸਾਡੇ ਸਾਹਮਣੇ 6-7 ਬੱਚੇ ਸੀ ਜਿਹੜੇ ਪਾਣੀ ਨਾਲ ਵਿਲਕਦੇ ਸੀ ਤੇ ਫੌਜ ਵਾਲੇ ਉਹਨਾਂ ਦੇ ਸਿਰ ਵਿੱਚ ਵੱਟ ਮਾਰ ਕੇ ਕਹਿੰਦੇ ਸੀ ਇਹ ਭਿੰਡਰੀ ਵਾਲੇ ਕੇ ਚੇਲੇ ਆ। ਕਹਿੰਦੇ 3 ਬੱਚੇ ਤੇ ਜਦੋਂ ਉਹਨਾਂ ਦੇ ਸਿਰਾਂ ਵਿੱਚ ਵੱਟ ਮਾਰੇ ਤੇ ਉੱਥੇ ਵਿਚਾਰੇ ਦਮ ਤੋੜ ਗਏ, ਕਈਆਂ ਦੇ ਲੱਕ ਤੋੜ ਦਿੱਤੇ ਗਏ, ਕਈ ਬਜ਼ੁਰਗਾਂ ਨੂੰ ਜਿਹੜਾ ਸੀ ਦਾੜੀਆਂ ਤੋਂ ਫੜ ਕੇ ਖਿੱਚਿਆ ਗਿਆ। ਪਰ ਯਾਦ ਰੱਖਿਓ ਜਦੋਂ ਜਲਿਆਂਵਾਲੇ ਬਾਗ ਦਾ ਕਾਂਡ ਵਰਤਦਾ ਹੈ ਤੇ ਉਸ ਟਾਈਮ ਤੇ ਲਾਸ਼ਾਂ ਦੀ ਸ਼ਨਾਖਤ ਕੀਤੀ ਗਈ, ਪਰ ਹਰਿਮੰਦਰ ਸਾਹਿਬ ਦੇ ਵਿੱਚੋਂ ਲਾਸ਼ਾਂ ਕਿਵੇਂ ਚੁੱਕੀਆਂ ਗਈਆਂ ਪਤਾ ਹੈ ਆਪ ਜੀ ਨੂੰ। ਜਿਹੜੇ ਸ਼ਹਿਰ ਦੇ ਸਫਾਈ ਕਰਮਚਾਰੀ ਸਨ ਉਹਨਾਂ ਨੂੰ ਲਾਲਚ ਦਿੱਤਾ ਗਿਆ ਵੀ ਜੋ ਵੀ ਕਿਸੇ ਦੀ ਜੇਬ ਵਿੱਚੋਂ ਮਿਲੇ, ਜੋ ਵੀ ਕਿਸੇ ਦਾ ਗਹਿਣਾ ਕੋਈ ਹੋਵੇ ਉਹ ਤੁਹਾਡਾ ਹੈ ਤੇ ਤੁਸੀਂ ਇਹ ਲਾਸ਼ਾਂ ਨੂੰ ਜਿਹੜਾ ਵਾ ਇੱਕ ਜਗ੍ਹਾ ਤੇ ਇਕੱਠੀਆਂ ਕਰਕੇ ਇਹਨਾਂ ਨੂੰ ਫੂਕਣਾ ਹੈ। ਕਿਸੇ ਨੂੰ ਕੋਈ ਲਾਸ਼ ਨਹੀਂ ਦਿੱਤੀ ਗਈ, ਕੋਈ ਸ਼ਨਾਖਤ ਨਹੀਂ ਕੀਤੀ ਗਈ। ਉਹ ਜਿਹੜੇ ਵੱਡੇ ਪੱਧਰ ਤੇ ਜਿਹੜੇ ਸਫਾਈ ਕਰਮਚਾਰੀ ਸੀ ਉਹਨਾਂ ਨੇ ਆ ਕੇ ਜੇਬਾਂ ਦੇ ਵਿੱਚੋਂ ਪੈਸੇ, ਕੁਝ ਜਿਹੜੇ ਸਹਿਕਦੇ ਸਨ ਉਹਨਾਂ ਨੂੰ ਵੀ ਵਿੱਚ ਮਰਿਆਂ ਹੋਇਆਂ ਦੇ, ਸ਼ਹੀਦ ਹੋਇਆਂ ਦੇ ਵਿੱਚ ਨਾਲ ਹੀ ਫੂਕ ਦਿੱਤਾ ਗਿਆ। ਇਹ ਨਹੀਂ ਵੇਖਿਆ ਗਿਆ ਵੀ ਇਹ ਜਿਉਂਦਾ ਹੈ, ਇਹ ਸਹਿਕਦਾ ਹੈ। ਛੋਟੇ ਛੋਟੇ ਬੱਚੇ ਕਈ ਸਹਿਕਦੇ ਹੋਏ ਜਿਹੜੇ ਸੀ ਉਹਨਾਂ ਨੂੰ ਨਾਲ ਜਿਹੜਾ ਸੀ ਉਹਨਾਂ ਨੇ ਉਹਦਾ ਸੰਸਕਾਰ ਕਰ ਦਿੱਤਾ ਗਿਆ। ਜੇਬਾਂ ਦੇ ਵਿੱਚੋਂ ਪੈਸੇ ਕੱਢੇ ਗਏ, ਗਹਿਣਾ ਜਿਹੜਾ ਸੀ ਉਹ ਮਾਈਆਂ ਦੇ ਕੰਨਾਂ ਦੇ ਵਿੱਚੋਂ ਜਿਹੜਾ ਸੀ ਲਾਇਆ ਗਿਆ। ਜੋ ਵੀ ਕਿਸੇ ਕੋਲੋਂ ਮਿਲਿਆ ਉਹ ਸਾਰਾ ਉਹਨਾਂ ਕਰਮਚਾਰੀਆਂ ਨੇ, ਸਫਾਈ ਕਰਮਚਾਰੀਆਂ ਨੇ ਇਕੱਠਾ ਕਰਕੇ ਉਸ ਟਾਈਮ ਤੇ ਲਾਸ਼ਾਂ ਜਿਹੜੀਆਂ ਸੀ ਉਹ ਸਫਾਈ ਵਾਲੀਆਂ, ਜਿਹੜੀ ਗੰਦਗੀ ਵਾਲੀਆਂ ਗੱਡੀਆਂ ਸਨ ਉਹਨਾਂ ਵਿੱਚ ਫੜ ਕੇ ਸੁੱਟ ਕੇ ਇੱਕ ਜਗ੍ਹਾ ਦੇ ਉੱਪਰ ਉਹਨਾਂ ਨੇ ਜਿਹੜਾ ਸੀ ਉਹ ਸੰਸਕਾਰ ਕੀਤਾ ਗਿਆ, ਜਿਹਦੇ ਵਿੱਚ ਸਹਿਕਦੇ ਹੋਏ ਵੀ ਸਾੜੇ ਗਏ। ਯਾਦ ਰੱਖਿਓ ਇਹੋ ਜਿਹਾ ਕਾਂਡ ਸਾਡੇ ਆਪਣਿਆਂ ਵੱਲੋਂ ਸਾਡੇ ਤੇ ਕੀਤਾ ਗਿਆ, ਪਰ ਜਦੋਂ ਅੱਜ ਸਿੱਖ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਆ ਨਾ, ਉਸ ਟਾਈਮ ਤੇ ਸਾਨੂੰ ਇਹ ਸਮਾਂ ਚੇਤੇ ਕਰਨਾ ਚਾਹੀਦਾ ਜਿਹੜਾ ਅਸੀਂ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਪਏ, ਸਿੱਖ ਤੇ ਕਦੇ ਆਜ਼ਾਦ ਹੋਇਆ ਹੀ ਨਹੀਂ। ਤੁਸੀਂ ਤੇ ਆਪਣੇ ਹੱਕ ਦੀ ਗੱਲ ਅੱਜ ਵੀ ਨਹੀਂ ਕਰ ਸਕਦੇ, ਤੁਸੀਂ ਆਪਣੀ ਫਸਲ ਦਾ ਮੁੱਲ ਅੱਜ ਨਹੀਂ ਮੰਗ ਸਕਦੇ, ਤੁਸੀਂ ਇਨਸਾਫ ਦੀ ਗੱਲ ਨਹੀਂ ਕਰ ਸਕਦੇ, ਤੇ ਤੁਹਾਨੂੰ ਆਜ਼ਾਦੀ ਤੇ ਮਿਲੀ ਕੋਈ ਨਹੀਂ ਗੀ। ਸੋ ਇਹ ਬੜਾ ਵੱਡਾ ਕਾਂਡ ਜਿਹੜਾ ਜੂਨ 1984 ਦਾ ਇਹ ਕਾਂਡ ਵਾਪਰਿਆ ਸਾਡੀਆਂ ਹੱਕੀ ਮੰਗਾਂ ਦੇ ਵਾਸਤੇ, ਆਨੰਦਪੁਰ ਸਾਹਿਬ ਦੇ ਮਤੇ ਵਾਸਤੇ, ਜਿਹੜਾ ਪੰਜਾਬ ਦਾ ਪਾਣੀ ਬਾਹਰ ਦੇ ਸੂਬਿਆਂ ਨੂੰ ਦੇਣ ਤੋਂ ਰੋਕਣ ਦੇ ਵਾਸਤੇ। ਇਹ ਕੇਵਲ ਇਹ ਮੰਗਾਂ ਤੇ ਕਰਕੇ ਜਿਹੜਾ ਸੀ ਐਡਾ ਵੱਡਾ ਜਿਹੜਾ ਸੀ ਸਮਾਂ ਆਇਆ। ਭਾਵੇਂ ਕਿ ਅੱਜ ਸਾਨੂੰ ਕਿਹਾ ਜਾਂਦਾ ਹੈ ਜੀ ਇਹ ਖਾਲਿਸਤਾਨ ਮੰਗਦੇ ਸਨ ਤਾਂ ਕਰਕੇ ਇਹਨਾਂ ਤੇ ਅਟੈਕ ਕੀਤਾ ਗਿਆ। ਸੰਤਾਂ ਨੇ ਕਦੇ ਖਾਲਿਸਤਾਨ ਨਹੀਂ ਸੀ ਮੰਗਿਆ, ਉਹਨਾਂ ਨੇ ਕਿਹਾ ਮੈਂ ਕਦੇ ਖਾਲਿਸਤਾਨ ਦੀ ਮੰਗ ਨਹੀਂ ਕਰਦਾ, ਪਰ ਜੇ ਸਰਕਾਰ ਦੇਵੇਗੀ ਤੇ ਕਦੇ ਨਾ ਵੀ ਨਹੀਂ ਕਰਦਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਉਹ ਸਨ ਜਿਨ੍ਹਾਂ ਤੇ ਕੋਈ ਕਤਲ ਦਾ ਮੁਕੱਦਮਾ ਨਹੀਂ ਸੀ। ਜੇ ਨਾਮਧਾਰੀਏ ਨੂੰ ਮਾਰਨ ਦਾ, ਨਿਰੰਕਾਰੀ ਨੂੰ ਮਾਰਨ ਦਾ ਜਿਹੜਾ ਸੀ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ, ਉਹਦੇ ਵਿੱਚੋਂ ਵੀ ਉਹ ਬਰੀ ਹੋਏ ਕਿਉਂਕਿ ਕੋਈ ਸਬੂਤ ਨਹੀਂ ਸੀ ਮਿਲਿਆ।
ਜੇ ਉਹ ਅੱਤਵਾਦੀ ਸਨ ਜਾਂ ਉਹਨਾਂ ਨੇ ਬਹੁਤ ਵੱਡੇ ਕਤਲ ਕੀਤੇ ਸਨ, ਉਹਨਾਂ ਨੂੰ ਸਰਕਾਰ ਨੇ ਗ੍ਰਿਫਤਾਰ ਕਿਉਂ ਨਹੀਂ ਕੀਤਾ? ਉਹ ਕੇਵਲ ਹੱਕੀ ਮੰਗਾਂ ਮੰਗਦੇ ਸਨ। ਪੰਜਾਬ ਦੀ ਨੌਜਵਾਨੀ ਜਿਹੜੀ ਹੈ ਇਹ ਗਰਕ ਨਾ ਹੋਵੇ, ਇਹਨੂੰ ਖਤਮ ਨਾ ਕੀਤਾ ਜਾਵੇ। ਤੇ ਜੂਨ 1984 ਦਾ ਉਹ ਘੱਲੂਘਾਰਾ ਸਾਡੇ ਪੰਜਾਬ ਦੀ ਧਰਤੀ ਤੇ ਵਾਪਰਿਆ। ਮਾਝੇ ਦੇ ਵਿੱਚ ਐਸੇ ਪਿੰਡ ਹੈ ਪੱਟੀ ਇਲਾਕੇ ਦੇ ਵਿੱਚ, ਜਿਨ੍ਹਾਂ ਪਿੰਡਾਂ ਦੇ ਵਿੱਚ 12-12 14-14 ਸਾਲ ਕੋਈ ਬਰਾਤ ਨਹੀਂ ਚੜੀ ਕਿਤੇ ਨੌਜਵਾਨਾਂ ਦੀ, ਜਿਹਦੇ ਵਿੱਚੋਂ ਨੌਜਵਾਨਾਂ ਨੂੰ ਫੜ ਕੇ ਚੌਂਕ ਦੇ ਵਿੱਚ ਮਾਰ ਕੇ ਉਹਨਾਂ ਨੂੰ ਦਰਿਆ ਦੇ ਵਿੱਚ ਰੋੜਿਆ ਗਿਆ। ਸਾਡੇ ਪੰਜਾਬ ਦੀਆਂ ਨਹਿਰਾਂ ਤੇ ਦਰਿਆ ਲਾਸ਼ਾਂ ਦੇ ਨਾਲ ਭਰੇ ਹੋਏ ਰੁੜਦੇ ਜਾਂਦੇ ਸਨ। ਵੱਡੇ ਪੱਧਰ ਦੇ ਉੱਪਰ ਉਸ ਟਾਈਮ ਤੇ ਸਾਡਾ ਪੰਜਾਬ ਦਾ ਨੁਕਸਾਨ ਹੋਇਆ। ਸੋ ਉਹਨਾਂ ਸ਼ਹੀਦਾਂ ਨੂੰ ਅੱਜ ਯਾਦ ਕੀਤਾ ਹੈ, ਜਿਨ੍ਹਾਂ ਨੇ ਸਾਡੀਆਂ ਹੱਕੀ ਮੰਗਾਂ ਦੇ ਵਾਸਤੇ। ਉਹ ਵੀਰ ਦੱਸਦੇ, ਕਹਿੰਦੇ ਵੀ ਜਦੋਂ ਸਾਨੂੰ ਜੋਧਪੁਰ ਦੀ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਸੀ ਨਾ, ਤੇ ਅਸੀਂ ਸੋਚਦੇ ਸੀ ਵੀ ਪੰਜਾਬ ਦੇ ਵਿੱਚ ਹਰ ਗੁਰਸਿੱਖ ਦੇ ਹਿਰਦੇ ਦੇ ਉੱਪਰ ਇਹ ਗਹਿਰੀ ਛਾਪ ਹੋਵੇਗੀ ਤੇ ਲੋਕ ਹੁਣ ਘਰਾਂ ਦੇ ਵਿੱਚ ਬੈਠਣਗੇ ਨਹੀਂ, ਲੋਕ ਹੁਣ ਆਪਣੀਆਂ ਹੱਕੀ ਮੰਗਾਂ ਜ਼ਰੂਰ ਮੰਗਣਗੇ, ਲੋਕ ਵੱਡੇ ਪੱਧਰ ਤੇ ਸੰਘਰਸ਼ ਕਰਨਗੇ। ਪਰ ਕਹਿੰਦੇ ਜਦੋਂ ਸਾਨੂੰ ਇਹਨਾਂ ਨੇ ਬੱਸ ਦੇ ਵਿੱਚ ਬਿਠਾਲ ਕੇ ਏਅਰਪੋਰਟ ਤੇ ਖੜਨਾ ਸੀ, ਉੱਥੋਂ ਫਿਰ ਜਹਾਜ਼ ਵਿੱਚ ਇਹਨਾਂ ਨੇ ਅੱਗੇ ਲਿਜਾਣਾ ਸੀ ਇਹਨਾਂ ਨੂੰ, ਬੰਦੀ ਸਿੰਘਾਂ ਨੂੰ। ਉਹ ਕਹਿੰਦੇ ਬੱਸ ਵਿੱਚ ਬੈਠੇ ਅਸੀਂ ਦੇਖਦੇ ਪਏ ਸੀ, ਲੋਕ ਬੜੇ ਆਰਾਮ ਦੇ ਨਾਲ ਪੈੜੀਆਂ ਦੇ ਵਿੱਚ ਝੋਨਾ ਲਵਾ ਰਹੇ ਸੀ। ਅਸੀਂ ਭੁੱਲ ਜਾਂਦੇ ਹਾਂ, ਤਾਂ ਹੀ ਫਿਰ ਜੁੱਤੀਆਂ ਖਾਂਦੇ ਹਾਂ। ਫਿਰ ਜਦੋਂ ਉਹ ਸਾਨੂੰ ਸਰਕਾਰਾਂ ਦੱਬਦੀਆਂ, ਅੱਜ ਫਿਰ ਜਦੋਂ ਕੋਈ ਨੌਜਵਾਨ ਮਰ ਜਾਂਦਾ ਏ, ਉਦੋਂ ਅਸੀਂ ਵੱਡੇ ਪੱਧਰ ਤੇ ਇਕੱਠੇ ਹੋ ਕੇ ਰੌਲਾ ਪਾਉਣੇ ਹੈ, ਪਰ 5-7 ਦਿਨਾਂ ਬਾਅਦ ਫਿਰ ਭੁੱਲ ਜਾਂਦੇ ਹੈ। ਗੁਰੂ ਕਿਰਪਾ ਕਰੇ ਉਹਨਾਂ ਮਹਾਨ ਸ਼ਹੀਦਾਂ ਨੂੰ ਅੱਜ ਅਸੀਂ ਯਾਦ ਕੀਤਾ ਹੈ, ਜਿਨ੍ਹਾਂ ਜੂਨ 1984 ਦੇ ਵਿੱਚ ਇੱਕ ਸੋਚੀ ਸਮਝੀ ਸਰਕਾਰ ਦੀ ਚਾਲ, ਜਿਹਦੇ ਵਿੱਚ ਪਹਿਲਾਂ ਖੁੱਲ੍ਹ ਦਿੱਤੀ ਜਾਂਦੀ ਹੈ ਜਦੋਂ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਵਾਸਤੇ ਸੰਗਤਾਂ ਵੱਡੇ ਪੱਧਰ ਤੇ ਇਕੱਠੀਆਂ ਹੁੰਦੀਆਂ, ਤੇ ਫਿਰ ਇੱਕਦਮ ਕਰਫਿਊ ਲਾ ਕੇ ਉਹਨਾਂ ਨੂੰ ਖਤਮ ਕਰਨ ਦੀ ਸਾਜ਼ਿਸ਼। ਪਰ ਇਹਨੂੰ ਸਰਕਾਰ ਜਿਹੜੀ ਸੀ ਇਹ ਸੋਚਦੀ ਸੀ ਵੀ 2 ਘੰਟੇ ਦੇ ਵਿੱਚ ਇਹ ਆਪਰੇਸ਼ਨ ਖਤਮ ਹੋ ਜਾਣਾ ਹੈ, ਪਰ ਜਦੋਂ ਇਹ 3 ਦਿਨ ਤੱਕ ਚੱਲਦਾ ਰਿਹਾ ਤੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਏਡੇ ਵੱਡੇ ਪੱਧਰ ਤੇ ਫੌਜ ਦੀਆਂ ਵੀ ਜਿਹੜੀਆਂ ਸੀ ਬਹੁਤ ਵੱਡਾ ਨੁਕਸਾਨ। ਜਨਰਲ ਕੁਲਦੀਪ ਸਿੰਘ ਜਿਹੜਾ ਬ੍ਰਿਗੇਡੀਅਰ, ਉਹ ਇਹ ਗੱਲ ਲਿਖਦਾ ਏ, ਕਹਿੰਦਾ ਵੀ ਸਾਡੇ ਫੌਜ ਦੀਆਂ ਵੱਡੀਆਂ ਗੱਡੀਆਂ ਜਿਹੜੀਆਂ ਸੀ ਲਾਸ਼ਾਂ ਨਾਲ ਭਰੀਆਂ ਜਾ ਰਹੀਆਂ ਸਨ। ਏਡੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਫੌਜ ਦਾ ਵੀ, ਜੋ ਸਰਕਾਰੀ ਏਜੰਸੀਆਂ ਨੇ ਉਹਨੂੰ ਛੁਪਾ ਲਿਆ ਗਿਆ। ਇਹ ਨਹੀਂ ਕਿ ਇੰਦਰਾ ਗਾਂਧੀ ਜਦੋਂ ਦਰਬਾਰ ਸਾਹਿਬ ਅਟੈਕ ਤੋਂ ਬਾਅਦ ਇੱਥੇ ਆਉਂਦੀ ਹੈ, ਉਸ ਤੋਂ ਬਾਅਦ ਉਹ ਦਿੱਲੀ ਦੇ ਵਿੱਚ ਉਹਨੂੰ ਚੈਨ ਨਹੀਂ ਆਇਆ ਇੱਕ ਦਿਨ ਵੀ। ਉਹਨੂੰ ਰਾਤ ਦਿਨ ਇੱਕੋ ਸੁਪਨਾ ਆਉਂਦਾ ਸੀ ਵੀ ਸਿੱਖ ਹਰਿਮੰਦਰ ਸਾਹਿਬ ਦਾ, ਅਕਾਲ ਤਖਤ ਸਾਹਿਬ ਦਾ ਬਦਲਾ ਜ਼ਰੂਰ ਲੈਣਗੇ। ਉਹਨੇ ਆਪਣੀ ਕਿਤਾਬ ਦੇ ਵਿੱਚ ਬਕਾਇਦਾ ਲਿਖਿਆ, ਕਹਿੰਦੀ ਜਿਸ ਦਿਨ ਮੈਂ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਦੇਖ ਕੇ ਗਈ ਹੈ, ਉਸ ਤੋਂ ਬਾਅਦ ਮੈਂ ਕਦੇ ਸੌਂ ਨਹੀਂ ਸਕੀ। ਮੈਨੂੰ ਪਤਾ ਸੀ ਵੀ ਇਹ ਸਿੱਖ ਹੁਣ ਇਹਦਾ ਬਦਲਾ ਜ਼ਰੂਰ ਮੇਰੀ ਮੌਤ ਦੇ ਵਿੱਚ ਲੈਣਗੇ। ਤੇ ਉਹੀ ਲੈ ਲਿਆ ਜਿਸ ਦਿਨ ਗੁਰੂ ਕੇ ਸਿੱਖਾਂ ਨੇ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਤੇ ਕੇਰ ਸਿੰਘ ਹੁਣਾਂ ਨੇ ਉਸ ਢੱਠੇ ਹੋਏ ਅਕਾਲ ਤਖਤ ਨੂੰ ਦੇਖਿਆ। ਅੰਦਰ ਜਿਹੜਾ ਸੀ ਉਹਨਾਂ ਦਾ ਵਲੂੰਦਰਿਆ ਗਿਆ। ਉਹਨਾਂ ਗੁਰੂ ਕੇ ਸਿੱਖਾਂ ਨੇ ਇੰਦਰਾ ਗਾਂਧੀ ਨੂੰ ਖਤਮ ਕਰਕੇ ਇਹਦਾ ਅਕਾਲ ਤਖਤ ਸਾਹਿਬ ਦਾ ਬਦਲਾ ਲਿਆ। ਸੋ ਅੱਜ ਅਸੀਂ ਉਹਨਾਂ ਗੁਰੂ ਕੇ ਲਾਲਾਂ ਨੂੰ ਯਾਦ ਕੀਤਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਦਰੋਂ ਕਰੋ ਨਾਮਦਾਨ ਗੁਰਸਿੱਖੀ ਵਾਲੇ ਜੀਵਨ ਬਖਸ਼ਣ।